दड़ब सियाणप नाओ रहते, साध संग दुष्ट वस होते। ਇਹ ਪੰਜ ਜਿਹੜੇ ਹਨ ਇਹ ਤੇ ਨਾ ਬਹੁਤੀ ਸਿਆਣਪ ਕਰਕੇ ਬਚਿਆ ਜਾ ਸਕਦਾ ਪੰਜਾਂ ਤੋਂ, ਵੀ ਤੁਸੀਂ ਬਹੁਤ ਸਿਆਣੇ ਹੋ, ਸਮਝਦਾਰ ਹੋ। ਕਈ ਕੋਸ਼ਿਸ਼ ਵੀ ਕਰਦੇ ਹਨ ਬਚਣ ਦੀ, ਪਰ ਬਚਿਆ ਜਾ ਨਹੀਂ ਸਕਦਾ ਹੈ। ਬਹੁਤ ਕਠਿਨ ਹੈ, ਬਰਬੀ ਪ੍ਰਬਲ ਹੈ ਮਾਇਆ। ਨਾ ਬਹੁਤਾ ਧਨ ਹੋਵੇ ਤੇ ਆਦਮੀ ਬਚ ਸਕਦਾ ਹੈ, ਵੀ ਕਿਸੇ ਪ੍ਰਭੂ ਦੇ ਪਿਆਰੇ ਨੂੰ ਧਨ ਸੰਪत्ति ਦੇ ਦਈਏ ਤੇ ਸ਼ਾਇਦ ਉਹ ਬਚਾ ਲਵੇ। ਨਹੀਂ, ਧਨ ਦੁਆਰਾ ਸੱਤ ਨਹੀਂ ਖਰੀਦਿਆ ਜਾ ਸਕਦਾ, ਕਿਉਂਕਿ ਧਨ ਆਪ ਸ਼ੂਦਰ ਹੈ। ਸ਼ੂਦਰ ਤੋਂ ਸ਼ੂਦਰ ਹੀ ਖਰੀਦਿਆ ਜਾ ਸਕਦਾ, ਝੂਠ ਤੋਂ ਝੂਠ ਹੀ ਖਰੀਦਿਆ ਜਾ ਸਕਦਾ। ਧਨ ਸੰਪत्ति ਦੁਆਰਾ, ਪਦਾਰਥਾਂ ਦੁਆਰਾ ਜਿਹੜੇ ਸੰਸਾਰ ਦੇ ਵਿੱਚ ਜੁੜੇ ਹੋਏ ਹਨ ਸਾਧੂ ਮਹਾਤਮਾ, ਉਹ ਖੁਸ਼ ਹੁੰਦੇ ਹਨ। ਉਹ ਵੀ ਧਨੀ ਦਾ ਬੜਾ ਸਤਿਕਾਰ ਕਰਦੇ ਹਨ। ਸਰੋਪਾਉ ਪਾਉਣਗੇ ਉਹਨਾਂ ਦੇ ਗਲ ਦੇ ਵਿੱਚ, ਜਕਾਰੇ ਛੱਡਣਗੇ। ਉਹ ਉਹਨਾਂ ਦੀ ਉਸਤਤ ਕਰੀ ਜਾਂਦੇ ਹਨ, ਧਨੀ ਸਾਧੂਆਂ ਦੀ ਉਸਤਤ ਕਰੀ ਜਾਂਦੇ ਹਨ, ਤੇ ਇੱਕ ਦੂਸਰੇ ਦੇ ਸਹਿਯੋਗੀ ਹਨ ਸੰਸਾਰ ਵਿੱਚ, ਤੇ ਸੰਸਾਰ ਨਾਲ ਹੀ ਜੁੜੇ ਹੋਏ ਹਨ। ਤੇ ਧਨ ਦੁਆਰਾ ਤੁਸੀਂ ਸੱਤ ਨਾਲ ਨਹੀਂ ਜੁੜ ਸਕਦੇ ਹੋ। ਬਹੁਤੇ ਧਾਰਮਿਕ ਸਥਾਨਾਂ 'ਤੇ ਸਾਧਨਾ ਕਰਾਈ ਜਾਂਦੀ ਹੈ, ਉੱਥੇ ਫੀਸ ਰੱਖੀ ਹੁੰਦੀ ਹੈ। ਹੁਣ ਜਿਹੜਾ ਫੀਸ ਦੇ ਕੇ, ਧਨ ਦੇ ਕੇ ਤੁਸੀਂ ਸਾਧਨਾ ਕਰਨ ਜਾ ਰਹੇ ਹੋ, ਸਾਧਨਾ ਥੋੜ੍ਹੀ। ਉਹ ਤੇ ਬਿਜ਼ਨਸ ਕਰ ਰਿਹਾ ਹੈ, ਉਹਨੂੰ ਅਧਿਆਤਮ ਦਾ ਪਤਾ ਹੀ ਨਹੀਂ ਹੈ। ਖਿਆਲ ਵਿੱਚ ਰੱਖੋ, ਅਧਿਆਤਮ ਮਾਰਗ 'ਤੇ ਕੋਈ ਇਹ ਸੰਸਾਰਿਕ ਪਦਾਰਥਾਂ ਦੀ ਕੋਈ ਕੀਮਤ ਥੋੜ੍ਹੀ। ਹੁਣ ਧਨ ਦੁਆਰਾ ਹੀ ਸੱਤ ਪ੍ਰਾਪਤ ਹੁੰਦਾ। ਜਿਹੜੇ ਪੁਰਾਣੇ ਸਮਿਆਂ 'ਚ ਰਾਜ ਭਾਗ ਤਿਆਗ ਕੇ ਗਏ ਹਨ, ਬੜੇ ਬੜੇ ਧਨੀ ਹੋਏ ਹਨ, ਉਹ ਖਰੀਦ ਲੈਂਦੇ, ਪਰ ਖਰੀਦਿਆ ਥੋੜ੍ਹੀ ਜਾਂਦਾ ਹੈ। ਇਹ ਤੇ ਤੁਸੀਂ ਸਭ ਕੁਛ ਵੀ ਦੇ ਕੇ ਦੇ ਦਿਓ, ਧਨ ਕੀ ਸਭ ਕੁਝ, ਜੋ ਕੁਛ ਵੀ ਹੈ ਤੁਹਾਡੇ ਕੋਲ, ਸਿਰ ਵੀ ਦੇ ਦਿਓ ਤਾਂ ਸੱਤ ਮਿਲ ਜਾਵੇ, ਤਾਂ ਵੀ ਮਿਲ ਜਾਵੇ। ਕਹਿੰਦੇ ਹਨ ਫਿਰ ਵੀ ਕੀਮਤ ਥੋੜ੍ਹੀ, ਆਪਣਾ ਆਪ ਵੀ ਦੇ ਦਿਓ ਤਾਂ ਵੀ ਮਿਲ ਜਾਵੇ ਤੇ ਸਸਤਾ ਮਿਲ ਗਿਆ। ਸਿਰ ਦਿੱਤੇ ਜੇ ਗੁਰ ਮਿਲੇ ਤਾਂ ਵੀ ਸਸਤਾ ਜਾ। ਤੇ ਬਾਹਰ ਕੋਈ ਖੁਸ਼ਾਮਦ ਕਰਕੇ ਤੁਸੀਂ ਨਹੀਂ ਪ੍ਰਾਪਤ ਕਰ ਸਕਦੇ ਹੋ। ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਸਤਿਪੁਰਸ਼ ਦੇ ਅੱਗੋਂ ਮਿਟ ਕੇ, ਧੂੜ ਹੋ ਕੇ, ਕੁਰਬਾਨ ਹੋ ਕੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਬਸ
ਸਭ ਕੁਛ ਹੀ ਦੇ ਦਿੱਤਾ ਤਾਂ ਉਹਨਾਂ ਦਾ ਬਚਨ ਸਵੀਕਾਰ ਕਰ ਲਿਆ, ਉਪਦੇਸ਼ ਮੰਨ ਲਿਆ। ਫਿਰ ਜਿਹੜਾ ਸੱਤ ਦੇ ਨਾਲ ਜੁੜਿਆ ਹੋਇਆ ਹੈ, ਜਿਹਦਾ ਇਹ ਪੰਜਾਂ ਤੋਂ ਛੁਟਕਾਰਾ ਹੋਇਆ ਹੈ, ਜਿਹਦਾ ਧਿਆਨ ਹੁਣ ਸੰਸਾਰ ਵਿੱਚ ਨਹੀਂ ਲੱਗਦਾ, ਸੰਸਾਰ ਵਿੱਚ ਨਹੀਂ ਲੱਗਾ ਹੋਇਆ, ਝੂਠ ਵਿੱਚ ਨਹੀਂ ਲੱਗਾ ਹੋਇਆ, ਝੂਠ ਤੋਂ ਜਿਹੜਾ ਮੁਕਤ ਹੈ, ਜਿਹਨੂੰ ਸੱਤ ਦਾ ਰੰਗ ਚੜਿਆ ਹੋਇਆ ਹੈ, ਐਸੇ ਸਤਿਗੁਰੂ ਕੋਲ ਤੁਸੀਂ ਜਦੋਂ ਆਪਣਾ ਸਭ ਕੁਛ ਹੀ ਭੇਟ ਕਰ ਦਿਓਗੇ ਨਾ, ਕੁਰਬਾਨ ਹੋ ਜਾਓਗੇ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੇ ਪਾਰ ਬ੍ਰਹਮ ਕੇ ਰੰਗ। ਕਹਿੰਦੇ ਸਾਬਤ ਪੂੰਜੀ, ਜਿਹੜੀ ਤੁਹਾਡੇ ਅੰਦਰ ਪੂੰਜੀ ਹੈ ਨਾ, ਧਨ ਹੈ, ਉਹ ਸਤਿਪੁਰਸ਼ ਦੇ ਸੰਗ ਕਰਨ ਨਾਲ ਉਹਨੂੰ ਕੋਈ ਲੁੱਟ ਨਹੀਂ ਸਕਦਾ। ਕਿਉਂਕਿ ਉਹ ਹਰ ਵਕਤ ਇਹ ਤੁਹਾਨੂੰ ਸੁਚੇਤ ਕਰਦਾ ਰਹੇਗਾ। ਜਦੋਂ ਤੁਹਾਡਾ ਧਿਆਨ ਬਾਹਰ ਜਾਵੇਗਾ ਸੰਸਾਰ ਵਿੱਚ, ਤਾਂ ਇੱਕਦਮ ਸੁਚੇਤ ਕਰੇਗਾ। ਕਹਿੰਦੇ ਇੱਕ ਸੂਫੀ ਫਕੀਰ ਹੱਥ ਦੇ ਵਿੱਚ ਡੰਡਾ ਰੱਖਿਆ ਕਰਦਾ ਸੀ ਤੇ ਘੁੰਮਦਾ ਰਹਿੰਦਾ ਸੀ। ਤੇ ਜਦੋਂ ਦੇਖਦਾ ਸੀ ਨਾ ਕੋਈ ਸਾਧੂ ਸਾਧਕ ਥੋੜ੍ਹਾ ਜਿਹਾ ਵਿਚਾਰਾਂ ਦੇ ਵਿੱਚ ਖੋਣ ਲੱਗ ਪਿਆ ਜਾਂ ਸੌਣ ਲੱਗ ਪਿਆ, ਉਹਦੇ ਸਿਰ ਦੇ ਵਿੱਚ ਡੰਡਾ ਮਾਰਦਾ, ਉਹ ਇੱਕਦਮ ਸੁਚੇਤ ਹੋ ਜਾਂਦਾ। ਉਹਨੂੰ ਕਹਿੰਦਾ ਉੱਠ ਜਾਗ। ਤੋ ਜਗਾਉਂਦੇ ਰਹਿੰਦੇ ਹਨ, ਹਰ ਵਕਤ ਚੋਟ ਕਰਦੇ ਰਹਿੰਦੇ ਹਨ, ਸੁਚੇਤ ਕਰਦੇ ਰਹਿੰਦੇ ਹਨ। ਇਸੇ ਕਰਕੇ ਉਹਨਾਂ ਨੂੰ ਸੁਣਨਾ ਵੀ ਕਠਿਨ ਹੈ। ਸਤ ਸੰਗ ਕਰਨਾ ਬਹੁਤ ਕਠਿਨ ਹੈ, ਸੱਤ ਸੁਣਨਾ ਬਹੁਤ ਕਠਿਨ ਹੈ। ਕਿਉਂਕਿ ਸੱਤ ਤੁਸੀਂ ਧਿਆਨਪੂਰਵਕ ਸੁਣੋਗੇ ਤੇ ਝੂਠ ਤੋਂ ਛੁਟਕਾਰਾ ਹੋਵੇਗਾ। ਸੰਸਾਰ ਵੱਲ ਧਿਆਨ ਹਟੇਗਾ, ਸੰਸਾਰ ਵੱਲੋਂ ਧਿਆਨ ਹਟੇਗਾ, ਝੂਠ ਵੱਲੋਂ ਧਿਆਨ ਹਟੇਗਾ। ਤੇ ਜਿਨ੍ਹਾਂ ਦਾ ਰੁਚੀ ਹੈ ਜੇ ਸੰਸਾਰ ਵਿੱਚ ਕੁਛ ਪਾਉਣਾ ਚਾਹੁੰਦੇ ਹਨ, ਕੋਈ ਚਾਹਤ ਹੈ, ਮੋਹ ਮਮਤਾ ਹੈ, ਉਹ ਸੱਤ ਦਾ ਸੰਗ ਨਹੀਂ ਕਰ ਸਕਦੇ ਹਨ। ਉਹਨਾਂ ਨੂੰ ਡਰ ਲੱਗੇਗਾ ਵੀ ਇਹ ਸੰਸਾਰ ਹੀ ਛੁਡਾਈ ਜਾਂਦੇ ਹਨ, ਸੰਸਾਰ ਛੁੱਟ ਗਿਆ ਤੇ ਬਾਕੀ ਕੀ ਰਹਿ ਗਿਆ। ਉਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਸੰਸਾਰ ਵੱਟੇ ਤੁਹਾਨੂੰ ਕੀ ਮਿਲੇਗਾ, ਪਰਮਾਤਮਾ। ਝੂਠ ਵੱਟੇ ਸੱਤ ਮਿਲਦਾ ਹੈ। ਇਹ ਸੌਦਾ ਹੈ ਸਿੱਧਾ ਹੀ, ਝੂਠ ਗਵਾਓ ਤੇ ਸੱਤ ਪਾਓ। ਦੇਖੋ ਕਿੰਨਾ ਸੁਖਾਲਾ ਹੈ, ਪਰ ਝੂਠ ਹੀ ਨਹੀਂ ਗਵਾਉਣਾ ਚਾਹੁੰਦਾ ਹੈ ਕੋਈ, ਝੂਠ ਨੂੰ ਹੀ ਤੁਸੀਂ ਸੱਚ ਸਮਝ ਰਹੇ। ਪਰ ਉਹ ਵਿਰਲੇ ਗੁਰਮੁਖ ਪਿਆਰੇ ਹਨ ਜਿਹੜੇ ਸੱਤ ਦਾ ਸੰਗ ਕਰਦੇ ਹਨ। ਉਹ ਹਨ ਸੋ ਜਾਗੇ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਕਹਿੰਦੇ ਜਿੱਥੇ ਪ੍ਰਭੂ ਦੀ ਕਿਰਪਾ ਹੋਊਗੀ ਨਾ, ਉਹ ਜਾਗੇਗਾ। ਹੁਣ ਪ੍ਰਭੂ ਦੀ ਕਿਰਪਾ ਕਿਹਦੇ 'ਤੇ ਹੋਵੇਗੀ? ਪ੍ਰਭੂ ਦੀ ਕਿਰਪਾ ਹੋ ਹੀ ਰਹੀ ਹੈ। ਜਿਹੜੇ ਸੱਤ ਦਾ ਸੰਗ ਥੋੜ੍ਹਾ ਥੋੜ੍ਹਾ ਕਰ ਰਹੇ ਹਨ, ਜਿਨ੍ਹਾਂ ਦਾ ਝੂਠ ਤੋਂ ਛੁਟਕਾਰਾ ਹੋ ਰਿਹਾ ਹੈ, ਝੂਠ ਵੱਲੋਂ ਧਿਆਨ ਹਟ ਰਿਹਾ ਹੈ ਤੇ ਸੱਤ ਵੱਲ ਆ ਰਹੇ ਹਨ, ਉਹਨਾਂ 'ਤੇ ਪ੍ਰਮਾਤਮਾ ਦੀ ਕਿਰਪਾ ਹੋ ਹੀ ਰਹੀ ਹੈ ਨਾ। ਤੇ ਪ੍ਰਮਾਤਮਾ ਦੀ ਕਿਰਪਾ, ਕਈ ਕਹਿੰਦੇ ਹਨ ਪ੍ਰਮਾਤਮਾ ਦੀ ਕਿਰਪਾ ਹੋਊਗੀ, ਵੱਡੇ ਭਾਗਾਂ ਦੁਆਰਾ ਸਤਸੰਗ ਲੱਭਦੀ। ਵਡਭਾਗੀ ਸਾਧ ਸੰਗ ਪਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪ੍ਰੀਤਿਆ ਜੀ। ਹੁਣ ਘਰ ਬੈਠੇ ਹੋਏ ਹਨ, ਐਸੀਆਂ ਪੰਕਤੀਆਂ ਪੜ੍ਹਦੇ ਰਹਿੰਦੇ ਹਨ ਕਈ, ਸਾਡੇ 'ਤੇ ਭਾਗਾਂ 'ਚ ਨਹੀਂ ਜੀ। ਨਹੀਂ, ਇਹ ਵੀ ਮਨ ਦੀ ਚਲਾਕੀ ਹੈ। ਮਨ ਆਪਣੇ ਆਪ ਨੂੰ ਬਚਾਉਂਦਾ ਹੈ। ਦਰਅਸਲ
ਮਨ ਸੰਸਾਰ ਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ। ਮਨ ਸੰਸਾਰ ਦੀ ਪੈਦਾਇਸ਼ ਹੈ, ਸੰਸਾਰ ਦਾ ਪੁੱਤ ਹੈ ਮਨ। ਜਾਂ ਮਨ ਦੀ ਪੈਦਾਇਸ਼ ਹੈ ਸੰਸਾਰ, ਤੇ ਮਨ ਦਾ ਪੁੱਤ ਹੈ ਸੰਸਾਰ। ਤੇ ਸੰਸਾਰ ਨੂੰ ਕਿਵੇਂ ਛੱਡੂਗਾ ਮਨ? ਛੱਡਦਾ ਹੀ ਨਹੀਂ। ਆਦਮੀ ਚਾਹੁੰਦਾ ਥੋੜ੍ਹੀ ਹੈ ਸੰਸਾਰ ਨੂੰ ਛੱਡਣਾ। ਮੌਤ ਛਡਾ ਲੈਂਦੀ ਤੇ ਜ਼ਬਰਦਸਤੀ ਛਡਾਉਂਦੀ ਹੈ, ਫਿਰ ਖਿੱਚ ਕੇ ਲੈ ਕੇ ਜਾਂਦੀ ਹੈ, ਧੂੰਦੀ ਹੈ। ਤੜੇ ਤੜਫਦਾ ਹੈ ਨਾ ਆਦਮੀ, ਛੱਡਣਾ ਉਦੋਂ ਵੀ ਨਹੀਂ ਚਾਹੁੰਦਾ। ਹੁਣ ਤੁਸੀਂ ਜੀਂਦੇ ਜੀ ਨਹੀਂ ਛੱਡਣਾ ਚਾਹੁੰਦੇ ਹੋ, ਖਿਆਲ ਕਰਿਓ। ਤੇ ਮਰਨ ਵੇਲੇ ਕਿਵੇਂ ਛੱਡੋਗੇ? ਫਿਰ ਤੜਫੋਗੇ ਨਾ, ਛੁੱਟੇਗਾ ਤਾਂ ਸਹੀ, ਕਿੰਨਾ ਕੁ ਚਿਰ ਜੀਓਗੇ। ਤੇ ਜੀਂਦੇ ਜੀ ਛੱਡ ਦੋਗੇ ਤਾਂ ਉਹਦਾ ਰਸ ਵੀ ਲੈ ਲਵੋਗੇ। ਦੇਖੋ, ਜਿਹਨੂੰ ਮਰਨ ਵੇਲੇ ਹੀ ਛੱਡਣਾ ਹੈ, ਜੀਂਦੇ ਜੀ ਛੱਡ ਕੇ ਤੇ ਪਰਮ ਰਸ ਲਓ, ਤੁਹਾਡੇ ਅੰਦਰ ਮੌਜੂਦ। ਤੇ ਜੀਂਦੇ ਜੀ ਆਦਮੀ ਸੰਸਾਰ ਤੋਂ ਮੁਕਤ ਨਹੀਂ ਹੋਣਾ ਚਾਹੁੰਦਾ। ਮੁਕਤੀ ਦੀਆਂ ਗੱਲਾਂ ਸੁਣਦਾ ਹੈ, ਮੁਕਤੀ ਬਾਰੇ ਕਹਿੰਦਾ ਵੀ ਹੈ। ਮੋਕੋ ਬਾਹ ਦੇ ਬੀਠਲਾ ਬਾਹ ਦੇ, ਕਈ ਕਹਿੰਦੇ ਵੀ ਹਨ। ਪਰ ਤੁਸੀਂ ਖਿਆਲ ਕਰੋ, ਤੁਸੀਂ ਮੁਕਤ ਹੋਣਾ ਚਾਹੁੰਦੇ ਹੋ, ਛੁੱਟਣਾ ਚਾਹੁੰਦੇ ਹੋ। ਅਗਰ ਚਾਹੁੰਦੇ ਹੋ ਤਾਂ ਛੁੱਟ ਜਾਓਗੇ। ਪਰ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਆਹ ਦੂਸਰੇ ਗਰੁੱਪ ਦੇ ਵਿੱਚ ਬਾਬੇ ਨਾਨਕ ਦੀ ਫੋਟੋ ਦੇ ਥੱਲੇ ਲਿਖਿਆ ਹੋਇਆ ਹੈ ਨਾ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਉਹਦਾ ਕੀਆ ਮਿੱਠਾ ਬਾਅਦ ਵਿੱਚ ਲੱਗੇਗਾ, ਪਹਿਲਾਂ ਉਹਦਾ ਕਿਹਾ ਮਿੱਠਾ ਲੱਗੇਗਾ। ਹੁਣ ਬਾਬੇ ਨਾਨਕ ਦਾ ਕਿਹਾ ਪਹਿਲਾਂ ਮਿੱਠਾ ਲੱਗੇਗਾ, ਜੋ ਉਹਨਾਂ ਨੇ ਕਿਹਾ ਹੈ। ਅਗਰ ਉਹ ਮਿੱਠਾ ਨਹੀਂ ਲੱਗ ਰਿਹਾ ਹੈ ਤੇ ਕੀਤਾ ਕਿਵੇਂ ਮਿੱਠਾ ਹੋ ਜਾਊਗਾ? ਹੁਣ ਬਾਬਾ ਨਾਨਕ ਜੀ ਕੀ ਕਹਿ ਰਹੇ ਹਨ? ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਕੂੜੇ ਨੇ ਹੋਣ ਲੱਗਾ ਵਿਸਰਿਆ ਕਰਤਾ। ਹੁਣ ਤੁਸੀਂ ਕੂੜ ਸਮਝਦੇ ਹੋ ਸੰਸਾਰ? ਅਗਰ ਸੰਸਾਰ ਕੂੜ ਹੋ ਹੀ ਜਾਵੇ, ਝੂਠ ਹੋ ਹੀ ਜਾਵੇ, ਤੇ ਫਿਰ ਤਾਂ ਮਿੱਠਾ ਲੱਗਿਆ ਹੀ। ਜਦੋਂ ਝੂਠ ਹੀ ਹੈ ਤੇ ਫਿਰ ਤਿਉਹਾਰ ਹੋਵੇ, ਜਿੱਤ ਹੋਵੇ, ਚੰਗਾ ਹੋਵੇ, ਮਾੜਾ ਹੋਵੇ, ਫਿਰ ਸਮੱਸਿਆ ਕਿੱਥੇ ਰਹਿ ਗਈ? ਪ੍ਰਭੂ ਦੇ ਪਿਆਰਿਆਂ ਦੀ ਸਮੱਸਿਆ ਹੀ ਨਹੀਂ ਰਹਿੰਦੀ ਹੈ, ਕੋਈ ਸਮੱਸਿਆ ਨਹੀਂ ਰਹਿ ਜਾਂਦੀ ਹੈ, ਪੂਰਨ ਸਮਾਧਾਨ ਮਿਲ ਜਾਂਦਾ ਹੈ। ਉਹਨੂੰ ਤੇ ਸਮਾਧੀ ਕਿਹਾ ਹੈ। ਸਮਾਧੀ ਦਾ ਅਰਥ ਹੁੰਦਾ ਹੈ ਵੀ ਸਮੱਸਿਆ ਹੀ ਨਹੀਂ ਰਹਿ ਗਈ ਕੋਈ। ਤੇ ਉਹ ਜੋ ਉਹਨਾਂ ਨੇ ਕਿਹਾ ਹੈ ਪਹਿਲਾਂ, ਉਹ ਮਿੱਠਾ ਲੱਗਦਾ ਹੈ। ਤੇ ਉਹ ਕਹਿ ਰਹੇ ਹਨ ਵੀ ਇਹ ਪੰਜਾਂ ਤੋਂ ਤੁਹਾਨੂੰ ਕੋਈ ਵੀ ਨਹੀਂ ਬਚਾ ਸਕਦਾ। ਜਿਹੜਾ ਸੰਸਾਰ ਦੇ ਵਿੱਚ ਜੁੜਿਆ ਹੋਇਆ ਹੈ ਨਾ, ਉਹ ਤੁਹਾਨੂੰ ਇਸ ਪੰਜਾਂ ਤੋਂ ਬਚਾ ਨਹੀਂ ਸਕਦਾ। ਇਹ ਗੱਲ ਤੁਸੀਂ ਖਿਆਲ ਵਿੱਚ ਰੱਖਿਓ। ਕਿਉਂਕਿ ਉਹ ਆਪ ਲੁੱਟਿਆ ਜਾ ਰਿਹਾ। ਤੁਸੀਂ ਅੰਦਰੋਂ ਬਾਹਰ ਜਾ ਰਹੇ ਹੋ ਧਿਆਨ ਕਰਕੇ। ਇਹ ਪੰਜ ਤੁਹਾਨੂੰ ਬਾਹਰ ਲਿਜਾਂਦੇ ਹਨ। ਇੰਦਰੀਆਂ ਦੁਆਰਾ ਤੁਸੀਂ ਬਾਹਰ ਜਾਂਦੇ ਹੋ, ਬਾਹਰ ਜੁੜ ਜਾਂਦੇ ਹੋ ਸੰਸਾਰ ਵਿੱਚ। ਸੰਸਾਰ ਝੂਠ ਹੈ, ਚੱਲ ਰਿਹਾ ਹੈ, ਮਿਟ ਰਿਹਾ ਹੈ, ਉਹਦੇ ਨਾਲ ਤੁਸੀਂ ਜੁੜ ਰਹੇ ਹੋ, ਮਿਟ ਹੀ ਰਿਹਾ ਹੈ। ਤੇ ਅੰਦਰੋਂ ਤੁਸੀਂ ਖਾਲੀ ਹੁੰਦੇ ਹੋ। ਧਿਆਨ ਹੀ ਤੁਹਾਡੀ ਸੰਪत्ति ਹੈ। ਅਗਰ ਤੁਸੀਂ ਜਾਗਦੇ ਰਹੋ ਅੰਦਰੋਂ, ਇਸ ਗ੍ਰਹਿੋਂ ਮੇਂ ਕੋਈ ਜਾਗਤ ਰਹੇ, ਸਾਬਤ ਵਸਤੂ ਹੋ ਆਪਣੀ ਲੈ। ਤੁਸੀਂ ਅੰਦਰੋਂ ਜਾਗਦੇ ਰਹੋ ਤੇ ਜਾਗਦੇ ਰਹੋਗੇ, ਸਤਸੰਗ ਕਰਦੇ ਰਹੋਗੇ, ਕਿਉਂਕਿ ਸਤਸੰਗ ਤੁਹਾਨੂੰ ਜਗਾਉਂਦਾ ਹੈ। ਹੁਣ ਤੁਸੀਂ ਜੋ ਸੁਣਦੇ ਹੋ ਆਹ ਵਾਰ-ਵਾਰ ਰਿਕਾਰਡਿੰਗਾਂ, ਕਈ ਪ੍ਰੇਮੀ ਕਹਿੰਦੇ ਵੀ ਹਨ ਤੁਸੀਂ ਵਾਰ-ਵਾਰ ਸੰਸਾਰ ਨੂੰ ਝੂਠਾ, ਸੱਤ, ਮਿੱਠਿਆ, ਸੁਪਨਾ ਕਹਿੰਦੇ ਹੋ। ਮੈਂ ਇਸੇ ਕਰਕੇ ਕਹਿੰਦਾ, ਤੁਹਾਨੂੰ ਜਗਾਉਣ ਵਾਸਤੇ। ਤੁਸੀਂ ਖਿਆਲ ਰੱਖੋ ਵੀ ਇਹਦੇ ਨਾਲ ਜੁੜੋ ਨਾ। ਜੋ ਦਿਖ ਰਿਹਾ ਹੈ ਇਹ ਮਿਥਿਆ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥਿਨ।
ਇਹੋ ਹੀ ਤੇ ਕਰਦੇ ਹਨ ਸਤਿਪੁਰਸ਼ ਸਦੀਆਂ ਤੋਂ। ਆ ਜੋ ਵੀ ਉਪਦੇਸ਼ ਬਾਬੇ ਨਾਨਕ ਦਾ ਪੜ੍ਹਦੇ ਸੋ, ਵਾਰ-ਵਾਰ ਇਹੋ ਹੀ ਤੇ ਕਿਹਾ ਗਿਆ ਹੈ, ਇਹ ਜਗ ਧੂਏਂ ਕਾ ਪਹਾੜ ਤੈਂ ਸਾਚਾ ਜਾਣੀ। ਕਿਉਂ ਕਹਿ ਰਹੇ ਹਨ? ਤੁਹਾਨੂੰ ਜਗਾਉਣ ਵਾਸਤੇ ਵੀ ਸੁਚੇਤ ਰਹੋ, ਜਾਗਦੇ ਰਹੋ, ਇਹਦੇ ਨਾਲ ਜੁੜੋ ਨਾ ਬਾਹਰ। ਜੁੜ ਕੇ ਦੁੱਖ ਪਾਓਗੇ, ਤੇ ਜੁੜਦੇ ਹੋ ਤੇ ਅੰਦਰੋਂ ਵੀ ਖਾਲੀ ਹੁੰਦੇ ਹੋ, ਰਿਕਤ ਹੋ ਰਹੇ ਹੋ, ਧਿਆਨ ਤੁਹਾਡਾ ਬਾਹਰ ਜਾ ਰਿਹਾ। ਤੇ ਸ਼ਬਦ ਵਿੱਚ ਸੁਰਤ ਜੋੜਨ ਦਾ ਭਾਵ ਹੈ ਵੀ ਧਿਆਨ ਅੰਦਰ ਲਿਜਾਣਾ ਹੈ। ਧਿਆਨ ਅੰਦਰ ਲਿਜਾਉਣ ਵਾਸਤੇ ਹੀ ਸਾਰਾ ਕਿਹਾ ਹੈ ਨਾ, ਅੰਦਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾ। ਅੰਦਰ ਖਜ਼ਾਨਾ ਹੈ, ਧਿਆਨ ਦਾ ਖਜ਼ਾਨਾ ਅੰਦਰ ਹੈ। ਤੇ ਜਿਹਨੂੰ ਉਹ ਖਜ਼ਾਨਾ ਮਿਲ ਜਾਂਦਾ ਹੈ ਨਾ, ਉਹ ਹੀਰਾ ਮਿਲ ਜਾਂਦਾ ਹੈ। ਹੀਰਾ ਹੱਥ ਚੜਿਆ ਨਿਰਮੋਲ, ਛੂਟ ਗਈ ਸੰਸਾਰੀ। ਸੰਸਾਰ ਦੀ ਤਾਂ ਕੋਈ ਕੀਮਤ ਹੀ ਨਹੀਂ ਉਹਦੇ ਸਾਹਮਣੇ। ਉਹ ਐਸਾ ਹੀਰਾ ਹੈ ਨਾ ਵੀ ਉਹ ਮਿਲ ਜਾਵੇ ਤਾਂ ਤੁਸੀਂ ਫਿਰ ਨਿਸ਼ਚਿੰਤ ਹੋ ਜਾਂਦੇ ਹੋ। ਤੋ ਖਜ਼ਾਨਾ ਅੰਦਰ ਤੁਹਾਡੇ, ਉਹ ਹੈ ਸੱਚ ਦਾ ਆਨੰਦ। ਉਹ ਸਦਾ ਵਾਸਤੇ ਹੀ ਮਿਲਦਾ ਹੈ। ਫਿਰ ਇਹ ਤੇ ਬਾਹਰਲੇ ਖਜ਼ਾਨੇ ਤੇ ਤੁਹਾਨੂੰ ਹੁਣ ਸਰੀਰ ਜਿੰਨਾ ਚਿਰ ਹੈ ਉਹਨਾਂ ਚਿਰ ਮਿਲਣਗੇ, ਤੇ ਤਾਂ ਵੀ ਇਹ ਬਹੁਤਾ ਸਾਥ ਨਹੀਂ ਦਿੰਦੇ ਹਨ। ਕਈਆਂ ਦੇ ਖਜ਼ਾਨੇ ਭਰੇ ਹੋਏ ਹਨ, ਤਾਂ ਵੀ ਮਰ ਤੇ ਜਾਂਦੇ ਹੀ ਹਨ, ਬਿਮਾਰੀਆਂ ਵੀ ਲੱਗਦੀਆਂ ਹਨ, ਕੋਈ ਪੈਸਾ ਕੰਮ ਹੀ ਨਹੀਂ ਆਉਂਦਾ ਹੈ। ਇੰਨੇ ਰਿਸ਼ਤੇਦਾਰ ਸਾਕ ਸੰਬੰਧੀ ਵੀ ਹੁੰਦੇ ਹਨ, ਤਾਂ ਵੀ ਦੇਖੋ ਲੋਕ ਤੜਫ ਤੜਫ ਕੇ ਮਰ ਰਹੇ ਹਨ। ਉਹਨਾਂ ਦੇ ਸੰਸਕਾਰ 'ਤੇ ਵੀ ਕਈ ਲੋਕ ਨਹੀਂ ਪਹੁੰਚ ਪਾਉਂਦੇ ਹਨ। ਦੇਖੋ, ਤੇ ਬਾਹਰ ਦੇ ਖਜ਼ਾਨੇ ਤੇ ਕੰਮ ਹੀ ਨਹੀਂ ਆਉਂਦੇ। ਤੇ ਬਾਹਰ ਜਾਤਾ ਠਾਕਰ ਰਹਾ ਹੈ, ਬਾਹਰ ਤੁਹਾਡਾ ਧਿਆਨ ਜਾ ਰਿਹਾ ਹੈ, ਤੇ ਜਾ ਰਿਹਾ ਹੈ ਇਹਨਾਂ ਵਿਕਾਰਾਂ ਕਰਕੇ। ਤੇ ਸਤ ਸੰਗ ਅਗਰ ਤੁਸੀਂ ਵਾਸਤਵਿਕ ਦੇ ਵਿੱਚ ਕਰਦੇ ਰਹੋਗੇ, ਤੇ ਸਤ ਸੰਗ ਤਾਂ ਹੀ ਹੋਵੇਗੀ ਜਦੋਂ ਤੁਸੀਂ ਧੂੜ ਹੋਣ ਨੂੰ ਤਿਆਰ ਹੋਵੋਗੇ, ਮਿਟਣ ਨੂੰ ਤਿਆਰ ਹੋਵੋਗੇ। ਅਗਰ ਹੁਣ ਮਿਟ ਸਕਦੇ ਹੋ ਪੂਰੇ ਦੇ ਪੂਰੇ, ਤੇ ਸਤਸੰਗ ਹੁਣ ਹੋ ਸਕਦਾ ਹੈ।